11ਵੀਂ ਜਮਾਤ ਦੇ ਸਾਰੇ ਹੀ ਵਿਦਿਆਰਥੀਆਂ ਦਾ ਪੰਜਾਬੀ ਦੀ ਜਮਾਤ ਵਿੱਚ ਹਾਰਦਿਕ ਸਵਾਗਤ ਹੈ। ਆਈ ਐਮ ਮਿਸਿਸ ਮਨਪ੍ਰੀਤ ਕੌਰ ਆਫ ਪੰਜਾਬੀ ਟੀਚਰ ਫਰਮ ਕੈਲੀਫੋਰਨੀਆ ਪਬਲਿਕ ਸਕੂਲ ਕੋਕਰਾਣਾ। ਅੱਜ ਬੇਟੇ ਆਪਾਂ ਆਪਣੀ ਪੁਸਤਕ ਕਥਾ ਸੰਗਮ ਦੇ ਵਿੱਚੋਂ ਪ੍ਰੇਮ ਪ੍ਰਕਾਸ਼ ਦੀ ਲਿਖੀ ਹੋਈ ਕਹਾਣੀ ਕਰਾਂਗੇ ਗੋਈ। ਤਾਂ ਬੇਟੇ ਪ੍ਰੇਮ ਪ੍ਰਕਾਸ਼ ਜੀ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਜਨਮ ਹੋਇਆ ਸੀ 1932 ਦੇ ਵਿੱਚ। ਇਹਨਾਂ ਨੇ ਉੱਚ ਵਿੱਦਿਆ ਹਾਸਲ ਕਰਕੇ ਅਧਿਆਪਨ ਦਾ ਕੰਮ ਕੀਤਾ ਤੇ ਅਧਿਆਪਨ ਦੇ ਨਾਲ ਨਾਲ ਖੇਤੀ ਦਾ ਕੰਮ ਵੀ ਕੀਤਾ। ਤਾਂ ਬਹੁਤ ਸਾਰੀਆਂ ਬੇਟੇ ਸਾਹਿਤਿਕ ਰਚਨਾਵਾਂ ਹੈ ਜਿਹੜੀਆਂ ਉਹ ਪੰਜਾਬੀ ਸਾਹਿਤ ਨੂੰ ਇਹਨਾਂ ਨੇ ਦਿੱਤੀਆਂ। ਤਾਂ ਗੋਈ ਕਹਾਣੀ ਹੈ ਬੇਟੇ ਜਿਹੜੀ ਉਹ ਸਾਡੇ ਸਿਲੇਬਸ ਦਾ ਪਾਰਟ ਹੈ। ਤਾਂ ਗੋਈ ਕਹਾਣੀ ਹੈ ਜਿਹੜੀ ਬੇਟੇ ਉਹ ਇਹਨਾਂ ਦੀਆਂ ਕਹਾਣੀਆਂ ਦੇ ਵਿੱਚੋਂ ਇੱਕ ਅਜਿਹੀ ਕਹਾਣੀ ਹੈ ਜਿਹੜੀਆਂ ਸਮਾਜ ਦੇ ਮਾਨਵੀ ਸਰੋਕਾਰਾਂ ਨਾਲ ਅੰਤਰ ਸੰਬੰਧਿਤ ਹੋ ਕੇ ਆਪਣਾ ਜਿਹੜਾ ਕਥਾ ਪ੍ਰਬੰਧ ਸਿਰਜਦੀਆਂ। ਠੀਕ ਹੈ, ਇੱਕ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ, ਠੀਕ ਹੈ, ਉਸ ਨੂੰ ਇਸ ਕਹਾਣੀ ਦੇ ਵਿੱਚ ਦਰਸਾਇਆ ਗਿਆ ਹੈ ਵੀ ਕਿਸ ਤਰ੍ਹਾਂ ਇੱਕ ਪਾਸੇ ਸ਼ਹਿਰੀ ਮੱਧ ਵਰਗ ਦੇ ਦਿਖਾਵੇ ਵਾਲੀ ਜ਼ਿੰਦਗੀ ਹੈ ਤੇ ਦੂਸਰੇ ਪਾਸੇ ਪੇਂਡੂ ਜੀਵਨ ਦੀ ਜਿਹੜੀ ਸਿੱਧੀ ਸਾਦੀ ਜ਼ਿੰਦਗੀ ਹੈ। ਇਸ ਦੇ ਅੰਤਰ ਵਿਰੋਧਾਂ ਦੇ ਕਾਰਨ ਬੇਟੇ ਸੋਚ ਦੇ ਕਾਰਨ ਜੋ ਘਰ ਦੇ ਵਿੱਚ ਮਾਹੌਲ ਪੈਦਾ ਹੋ ਜਾਂਦਾ ਹੈ, ਜੋ ਘਰ ਦੇ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ, ਤੇ ਉਹੀ ਇਸ ਕਹਾਣੀ ਦਾ ਮੁੱਖ ਵਿਸ਼ਾ ਹੈ ਵੀ ਕਿਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਆ ਜਿਹੜਾ ਉਹ ਸੋਚ ਦੇ ਕਾਰਨ, ਸੋਚ ਦੇ ਵਿੱਚ ਅੰਤਰ ਦੇ ਕਾਰਨ ਆ ਜਿਹੜਾ ਉਹ ਮਾਹੌਲ ਕਿੱਦਾਂ ਦਾ ਬਣ ਜਾਂਦਾ ਘਰ ਦਾ। ਤਾਂ ਆਓ ਆਪਾਂ ਬੇਟੇ ਪਹਿਲਾਂ ਸਭ ਤੋਂ ਇਸ ਕਹਾਣੀ ਦੇ ਪਾਤਰਾਂ ਬਾਰੇ ਜਾਣ ਪਛਾਣ ਕਰਦੇ ਹਾਂ। ਤਾਂ ਇਸ ਕਹਾਣੀ ਦਾ ਮੁੱਖ ਪਾਤਰ ਹੈ ਬੇਟੇ ਬਖਤਾਵਰ। ਉਸ ਦੇ ਬਾਪੂ ਤੇ ਬੇਬੇ ਦੀ ਇਸ ਕਹਾਣੀ ਵਿੱਚ ਗੱਲ ਕੀਤੀ ਗਈ ਹੈ ਬੇਟੇ, ਜਿਨ੍ਹਾਂ ਦਾ ਨਾਮ ਹੈ ਜਿਹੜਾ ਨਹੀਂ ਉਹ ਦੱਸਿਆ ਗਿਆ। ਬਲਵਿੰਦਰ ਹੈ ਜਿਹੜੀ ਬੇਟੇ ਬਖਤਾਵਰ ਦੀ ਪਤਨੀ ਹੈ। ਬਖਤਾਵਰ ਤੇ ਬਲਵਿੰਦਰ ਦਾ ਇੱਕ ਬੇਟਾ ਇੱਕ ਪੁੱਤਰ ਹੈ, ਜੰਗ ਬਹਾਦਰ ਸਿੰਘ ਜੰਗੀ। ਮੇਜਰ RS ਅਰੋੜਾ ਅਤੇ ਮਿਸਿਸ ਅਰੋੜਾ ਇਹ ਬੇਟੇ ਬਲਵਿੰਦਰ ਦੇ ਮਾਤਾ ਪਿਤਾ ਹਨ ਤੇ ਬਖਤਾਵਰ ਦੇ ਸੱਸ ਸਹੁਰਾ ਹਨ। ਇੱਕ ਸਹਾਇਕ ਪਾਤਰ ਹੈ ਬੇਟੇ ਬਿਮਲਾ, ਜਿਹੜੀ ਕਿ ਇੱਕ ਨੌਕਰਾਣੀ ਦਾ ਜਿਹੜਾ ਰੋਲ ਉਹ ਇਸ ਦੇ ਵਿੱਚ ਅਦਾ ਕਰ ਰਹੀ ਹੈ। ਤਾਂ ਆਓ ਆਪਾਂ ਬੇਟੇ ਹੁਣ ਕਹਾਣੀ ਹੈ ਜਿਹੜੀ ਉਹ ਪੜ੍ਹਦੇ ਹਾਂ। ਤਾਂ ਹੁਣ ਬੇਟੇ ਆਪਾਂ ਕਹਾਣੀ ਪੜ੍ਹਦੇ ਹਾਂ ਗੋਈ। ਇਸ ਦੇ ਵਿੱਚ ਕਹਾਣੀਕਾਰ ਲਿਖ ਰਿਹਾ ਬੇਟੇ, ਉਹ ਕਹਿ ਰਿਹਾ ਵੀ ਅਜੀਬ ਇਤਫਾਕ ਹੈ, ਅੱਜ ਮੇਰੀ ਬੇਬੇ ਦੀ ਬਰਸੀ ਹੈ ਤੇ ਅੱਜ ਹੀ ਮੇਰੇ ਪੁੱਤ ਜੰਗ ਬਹਾਦਰ ਸਿੰਘ ਉਰਫ ਜੰਗੀ ਦਾ ਜਨਮ ਦਿਨ ਹੈ। ਤਾਂ ਬੇਟੇ ਉਹ ਕਹਿ ਰਿਹਾ ਵੀ ਕਿਹੋ ਜਿਹਾ ਮੌਕਾ ਹੈ ਵੀ ਇੱਕ ਪਾਸੇ ਗਮੀ ਦੀ ਗੱਲ ਹੈ, ਇੱਕ ਪਾਸੇ ਖੁਸ਼ੀ ਦੀ ਗੱਲ ਹੈ। ਇੱਕ ਪਾਸੇ ਮੇਰੀ ਬੇਬੇ ਦੀ ਬਰਸੀ ਹੈ ਤੇ ਦੂਸਰੇ ਪਾਸੇ ਮੇਰੇ ਜਿਹੜੇ ਪੁੱਤਰ ਦਾ ਜਨਮ ਦਿਨ ਹੈ। ਪਰ ਜਨਮ ਦਿਨ ਮਨਾਇਆ ਜਾ ਰਿਹਾ ਹੈ, ਕਹਿੰਦਾ ਹਰ ਸਾਲ ਜਨਮ ਦਿਨ ਮਨਾਇਆ ਜਾਂਦਾ ਹੈ। ਇਹ ਮੇਰੀ ਨਹੀਂ, ਮੇਰੀ ਪਤਨੀ ਬਲਵਿੰਦਰ ਉਰਫ ਮਿਸਿਸ ਕੈਪਟਨ ਭੁੱਲਰ ਦੀ ਮਰਜ਼ੀ ਹੈ ਤੇ ਮੇਰੇ ਬਾਪੂ ਦੀ ਵੀ। ਬੇਬੇ ਦੀ ਬਰਸੀ ਵਾਲੀ ਬਾਪੂ ਦੀ ਉਦਾਸੀ ਇਸ ਖੁਸ਼ੀ 'ਚ ਲੁਕੀ ਰਹਿੰਦੀ ਹੈ ਕਿ ਉਹਦੀ ਕੁੱਲ ਦੀ ਜੜ ਹਰੀ ਹੈ। ਭਾਵ ਬੇਟੇ ਵੀ ਬੇਬੇ ਦੀ ਉਦਾਸੀ ਹੈ, ਬੇਬੇ ਦੀ ਬਰਸੀ ਦੀ ਉਦਾਸੀ ਹੈ ਜਿਹੜੀ ਉਹ ਬਾਪੂ ਨੂੰ ਬਹੁਤ ਹੈ, ਬਾਪੂ ਬਹੁਤ ਉਦਾਸ ਹੈ। ਪਰ ਇੱਕ ਪਾਸੇ ਉਹਨੂੰ ਆਪਣੇ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਹੁੰਦੀ ਹੈ ਵੀ ਉਹਦੀ ਜਿਹੜੀ ਕੁੱਲ ਹੈ ਅੱਗੇ ਵੰਸ਼ ਤਾਂ ਵਧਿਆ, ਮੇਰੇ ਪੁੱਤਰ ਦੇ ਪੁੱਤਰ ਹੈ। ਉਹ ਕਹਿੰਦਾ ਨਹੀਂ ਤਾਂ ਹਰਿਦੁਆਰ ਦੇ ਪਾਂਡਿਆਂ ਦੀ ਵਹੀ 'ਚ ਸਾਡਾ ਖਾਤਾ ਹੈ ਜਿਹੜਾ ਉਹ ਬੰਦ ਹੋ ਜਾਂਦਾ। ਹੁਣ ਫੌਜੀਆਂ ਦੀ ਇਸ ਡਿਫੈਂਸ ਕਲੋਨੀ 'ਚ ਆਉਂਦਾ ਜਾਂਦਾ ਤੇ ਆਪਣੀ ਰੈਜੀਮੈਂਟ 'ਚ ਮੈਂ ਮੇਜਰ ਬਣਨ ਵਾਲਾ ਸੀਨੀਅਰ ਕੈਪਟਨ ਹੁੰਦਾ ਹਾਂ। ਪਰ ਘਰ ਆ ਕੇ ਮੈਂ ਆਮ ਫੌਜੀ ਵੀ ਨਹੀਂ ਰਹਿੰਦਾ। ਕਿਸੇ ਨਾ ਕਿਸੇ ਗੱਲ ਦੀ ਜਿਹੜੀ ਸੋਚ ਉਹ ਲਗਾਤਾਰ ਮੇਰੇ ਨਾਲ ਤੁਰਦੀ ਰਹਿੰਦੀ ਹੈ। ਰਾਤੀ 100 ਮੀਲ ਦਾ ਪਹਾੜੀ ਤੇ ਮੈਦਾਨੀ ਸਫ਼ਰ ਕਰਕੇ ਮੈਂ ਇਸ ਦਿਨ ਵਾਸਤੇ ਆਪਣੇ ਪੁੱਤਰ ਦੇ ਜਨਮ ਦਿਨ ਵਾਸਤੇ ਘਰ ਪਹੁੰਚਿਆ ਹਾਂ। ਥੱਕ ਟੁੱਟ ਚੁੱਕਿਆ ਹਾਂ, ਥੱਕੇ ਅੰਗ ਪਸਾਰ ਕੇ ਪਿਛਲੇ ਕਮਰੇ 'ਚ ਪਿਆ ਹਾਂ। ਜੰਗੀ ਦੀ ਮੰਮੀ ਦੇ ਹੁਕਮ ਦੇ ਨਾਲ ਨੌਕਰਾਣੀ ਬਿਮਲਾ ਹੈ ਜਿਹੜੀ ਉਹ ਸਫਾਈਆਂ ਕਰਦੀ ਫਿਰਦੀ ਹੈ। ਬਾਹਰ ਸ਼ਮਿਆਨੇ ਲੱਗਦੇ ਪਏ ਨੇ, ਕੋਠੀ ਦੀ ਸਜਾਵਟ ਹੁੰਦੀ ਪਈ ਹੈ ਵੀ ਬਾਹਰ ਕਨਾਤਾਂ, ਸ਼ਮਿਆਨੇ ਹੁੰਦਾ ਬੇਟੀ ਕਨਾਤਾਂ, ਠੀਕ ਹੈ, ਜਾਂ ਆਪਾਂ ਤੰਬੂ ਵੀ ਕਹਿ ਦਿੰਦੇ ਹਾਂ, ਵੈਸੇ ਕਨਾਤਾਂ ਜ਼ਿਆਦਾ ਸ਼ਬਦ ਵਰਤਿਆ ਜਾਂਦਾ। ਤਾਂ ਜੰਗੀ ਦੀ ਮੰਮੀ ਹੈ ਜਿਹੜੀ, ਠੀਕ ਹੈ, ਉਹ ਜੰਗੀ ਦੀ ਮੰਮੀ ਦੇ ਗਾਂ ਉਹਦੇ ਜਿਹੜੀ ਮੰਮੀ ਹੈ ਉਹਦਾ ਪਰਿਵਾਰ ਆ, ਠੀਕ ਹੈ, ਜੰਗੀ ਦੇ ਨਾਨਕੇ ਆ ਜਿਹੜੇ ਆਏ ਹੋਏ ਹੈ, ਭਰਾ ਭਤੀਜੇ ਉਹਦੇ ਆਏ ਹੋਏ ਆ ਬਲਵਿੰਦਰ ਦੇ, ਜਿਹੜੇ ਇਸ ਦਿਨ ਦੀ ਜਿਹੜੀ ਰੌਣਕ ਨੂੰ ਵਧਾਉਂਦੇ ਆ। ਤਾਂ ਉਹ ਡਰਾਇੰਗ ਰੂਮ 'ਚ ਬੈਠੇ ਆ, ਭਾਰਤ ਤੇ ਇੰਗਲੈਂਡ ਦੇ ਵਿਚਕਾਰ ਹੋ ਰਹੇ ਕ੍ਰਿਕਟ ਮੈਚ ਦੀਆਂ ਉਹ ਗੱਲਾਂ ਕਰਦੇ ਆ, ਕਮੈਂਟਰੀ ਸੁਣ ਕੇ ਉਹ ਗੱਪਾਂ ਮਾਰਦੇ ਆ, ਹੱਸਦੇ ਆ। ਘਰ 'ਚ ਇੰਨਾ ਰੌਲਾ ਹੈ, ਉਹ ਕਹਿੰਦਾ ਵੀ ਮੇਰੇ ਦਿਲ ਦਿਮਾਗ 'ਤੇ ਇੱਕ ਬੋਝ ਜਿਹਾ ਬਣਿਆ ਪਿਆ। ਤਾਂ ਸੂਰਜ ਦੀ ਨਿੱਘੀ ਕਿਰਨ ਆ ਜਿਹੜੀ ਮੇਰੇ ਮੰਜੇ 'ਤੇ ਆ ਪਈ
क्योंकि पहला वो आराम करन दे नहीं पिया होया सी। चादर ला के बैठा हाँ तो मेरी नज़र आ जिहड़ी खिड़की विचों दी हो के गैरेज के बूहे ते टिक गई। मैं की देखदा भी जिथे कुछ बीमार ते बुढ़ा मेरा बापू पिया है। इस कोठी दे साढ़े 4 कमरे है ते की साढ़े 4 कमरियां दे विचों एक भी मेरे बापू लई नहीं, जिन्हें अपनी सारी जवानी है जिहड़ी वो फौज दे विच सिपाही बन के गुजारी, सेवा कीती सिपाही बन के, ते ढलदी उम्र आ जिहड़ी वो खेती दे विच लाई। ਤਾਂ ਇਹ ਗੱਲ ਨਹੀਂ ਉਹ ਕਹਿੰਦੇ, ਉਹ ਕਹਿੰਦਾ ਵੀ ਇਹ ਗੱਲ ਨਹੀਂ ਕਿ ਉਹਨੂੰ ਇਹਨਾਂ ਕਮਰਿਆਂ ਦੇ ਵਿੱਚ ਵੜਨ ਤੋਂ ਕੋਈ ਰੋਕਦਾ ਹੈ ਜਾਂ ਰੋਕ ਸਕਦਾ ਹੈ। ਬਸ ਜਿਵੇਂ ਬਜ਼ੁਰਗ ਕਹਿੰਦੇ ਨਹੀਂ ਹੁੰਦੇ ਵੀ ਸਮੇਂ ਦਾ ਹੀ ਫੇਰ ਸਮਝੋ, ਸਮੇਂ ਦੇ ਅਨੁਸਾਰ ਸੋਚ ਦਾ ਅੰਤਰ ਹੈ ਜਿਹੜਾ ਉਹੀ ਹੈ ਵੀ ਇਹ ਕਮਰੇ ਹੈ ਜਿਹੜੇ ਨਾ ਹੀ ਉਹਨਾਂ ਨੂੰ ਝੱਲਦੇ ਆ ਤੇ ਨਾ ਹੀ ਉਹ ਆਪ ਇਹਨਾਂ ਦੇ ਵਿੱਚ ਰਹਿਣਾ ਚਾਹੁੰਦੇ ਆ। ਤਾਂ ਇਸ ਤਰ੍ਹਾਂ ਬੇਟੇ ਜਿਹੜੀ ਇੱਕ ਸੋਚ ਦਾ ਫਰਕ ਹੈ ਇੱਥੇ ਆਉਂਦਾ ਹੈ। ਠੀਕ ਹੈ, ਤਾਂ ਉਹ ਸੋਚ ਰਿਹਾ ਹੈ ਬਖਤਾਵਰ। ਜਦੋਂ ਅੱਗੇ ਆਪਾਂ ਗੱਲ ਕਰਾਂਗੇ ਬੇਟੇ ਵੀ ਜਦੋਂ ਉਹ ਸੋਚਦਾ ਹੈ ਵੀ ਹੁਣ ਮੇਰੀ ਬੇਬੇ ਆ ਜਿਹੜੀ ਉਹ ਜਦੋਂ ਮਰ ਜਾਂਦੀ ਹੈ ਉਹਦੀ, ਠੀਕ ਹੈ, ਬੇਬੇ ਦੀ ਬਰਸੀ ਦੀ ਗੱਲ ਆਪਾਂ ਪਹਿਲਾਂ ਕੀਤੀ ਹੈ ਨਾ, ਤਾਂ ਜਦੋਂ ਉਹ ਸੋਚਦਾ ਵੀ ਹੁਣ ਉਹ ਲੈ ਕੇ ਆਉਂਦਾ ਸ਼ਹਿਰ ਆਪਣੇ ਬਾਪੂ ਨੂੰ ਨਾਲ, ਤਾਂ ਉਹ ਉਸ ਕਹਾਣੀ ਨੂੰ ਆਪਾਂ ਅੱਗੇ ਪੜ੍ਹਾਂਗੇ ਵੀ ਜਦ ਮੇਰੀ ਬੇਬੇ ਮਰੀ ਸੀ ਤਾਂ ਮੈਂ ਬਾਪੂ ਦੀ ਗਿਰਦੀ ਸਿਹਤ ਤੇ ਕਮਜ਼ੋਰ ਨਜ਼ਰ ਦਾ ਖਿਆਲ ਕਰਕੇ ਉਹਨੂੰ ਇੱਥੇ ਲੈ ਆਇਆ ਸੀ। ਉਦੋਂ ਅਸੀਂ ਨਾਲ ਦੀ ਕੋਠੀ 'ਚ ਕਿਰਾਏ 'ਤੇ ਰਹਿੰਦੇ ਸੀ। ਜਿਸ ਕੋਠੀ 'ਚ ਹੁਣ ਅਸੀਂ ਰਹਿੰਦੇ ਹਾਂ ਇਹ ਉਦੋਂ ਖਾਲੀ ਪਲਾਟ ਸੀ। ਤਾਂ ਬਾਪੂ ਦੇ ਆਉਣ ਤੋਂ ਕੁਝ ਦਿਨ ਬਾਅਦ ਹੀ ਜਦੋਂ ਉਹ ਆਪਣੇ ਬਾਪੂ ਨੂੰ ਪਿੰਡ ਤੋਂ ਸ਼ਹਿਰ ਦੇ ਵਿੱਚ ਲੈ ਕੇ ਆਇਆ ਤਾਂ ਉਹ ਦੇਖਦਾ ਹੈ ਵੀ ਘਰ ਦੇ ਵਿੱਚ ਇੱਕ ਅਜੀਬ ਜਿਹਾ ਮਾਹੌਲ ਪੈਦਾ ਹੋ ਗਿਆ। ਅਜੀਬ ਕਿਸਮ ਦਾ ਤਣਾਅ ਜਿਹਾ ਰਹਿਣ ਲੱਗ ਪਿਆ। ਬਾਪੂ ਬਾਹਰੋਂ ਆ ਕੇ ਵਰਾਂਡੇ ਜਾਂ ਕੋਰੀਡੋਰ ਵਿੱਚੋਂ ਦੀ ਲੰਘਦਾ ਤਾਂ ਬਲਵਿੰਦਰ ਬਿਮਲਾ ਨੂੰ ਕਹਿ ਕੇ ਸ਼ੀਸ਼ੇ ਵਰਗੇ ਚਮਕਦੇ ਫਰਸ਼ 'ਤੇ ਪੋਚਾ ਮਰਵਾ ਦਿੰਦੀ। ਬਾਪੂ ਵਿਚਾਰਾ ਜੁੱਤੀ ਲਾ ਕੇ ਨੰਗੇ ਪੈਰੀ ਲੰਘਦਾ ਤਾਂ ਵੀ ਫਰਸ਼ 'ਤੇ ਪਏ ਜਿਹੜੇ ਦਾਗ ਆ ਉਹਨਾਂ ਨੂੰ ਮਿਟਵਾ ਦਿੰਦੀ। ਮੈਂ ਦੇਖਦਾ ਰਹਿੰਦਾ ਤੇ ਖਿੱਚਦਾ ਰਹਿੰਦਾ। ਤਾਂ ਇੱਕ ਦਿਨ ਉਹ ਕਹਿੰਦਾ ਮੈਨੂੰ ਇੰਨੀ ਖਿਝ ਆਈ ਵੀ ਉਹਦੀ ਸਫਾਈ ਪਸੰਦੀ ਦੀ ਮੈਂ ਮਾਂ ਭੈਣ ਇੱਕ ਕਰ ਦਿੱਤੀ। ਕਿੰਨੇ ਹੀ ਦਿਨ ਸਾਡੇ ਘਰ ਦੇ ਵਿੱਚ ਕਲੇਸ਼ ਪਿਆ ਰਿਹਾ। ਬਾਪੂ ਵੀ ਦੁਖੀ ਰਿਹਾ, ਬਲਵਿੰਦਰ ਦੇ ਜਿਹੜੇ ਪਰਿਵਾਰ ਵਾਲੇ ਸੀਗੇ ਉਹ ਆਏ ਸਾਨੂੰ ਸਮਝਾਉਣ ਦੇ ਲਈ, ਸਾਨੂੰ ਦੋਹਾਂ ਨੂੰ ਸਮਝਾਉਂਦੇ ਵੀ ਰਹੇ, ਰੋਅਬ ਵੀ ਪਾਉਂਦੇ ਰਹੇ। ਤਦ ਬਖਤਾਵਰ ਕਹਿੰਦਾ ਵੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਭਈ ਮੈਂ ਇਹਨੇ ਮਾੜੇ ਜੱਟ ਦੇ ਪੁੱਤ ਨੇ ਏਡੇ ਅਮੀਰ ਮੇਜਰ ਅਰੋੜਾ ਦੀ ਧੀ ਦਾ ਹੱਥ ਹੀ ਕਿਉਂ ਕਬੂਲ ਕੀਤਾ, ਮੈਂ ਰਿਸ਼ਤਾ ਹੀ ਕਿਉਂ ਕਬੂਲ ਕੀਤਾ। ਉਦੋਂ ਤਾਂ ਮੈਂ ਆਪਣੇ ਅਫਸਰ ਦੇ ਘਰ ਜਾ ਕੇ ਬਲਵਿੰਦਰ ਦੇ ਨਾਲ 2 ਗੱਲਾਂ ਕਰਕੇ ਹੀ ਕਮਲਾ ਹੋ ਗਿਆ ਸੀ। ਤਾਂ ਆਪਣੀ ਗਲਤੀ ਦਾ ਅਹਿਸਾਸ ਮੈਨੂੰ ਉਦੋਂ ਵੀ ਹੋਇਆ। ਠੀਕ ਹੈ, ਦੱਸ ਰਿਹਾ ਵੀ ਮੈਨੂੰ ਬਹੁਤ ਵੱਡੀ ਮੈਂ ਗਲਤੀ ਕਰ ਲਈ ਆਪਣੀ ਜ਼ਿੰਦਗੀ ਦੇ ਵਿੱਚ। ਮੈਨੂੰ ਇਹ ਅਹਿਸਾਸ ਕੀ ਸੀ, ਮੈਂ ਇਹੋ ਜਿਹਾ ਰਿਸ਼ਤਾ ਕਿਉਂ ਲਿਆ, ਮੈਂ ਇੱਕ ਸ਼ਹਿਰ ਦੇ ਵਿੱਚ ਰਹਿਣ ਵਾਲੀ ਲੜਕੀ ਦਾ ਰਿਸ਼ਤਾ ਹੈ ਜਿਹੜਾ ਕਿਉਂ ਕਬੂਲ ਕੀਤਾ। ਤਾਂ ਉਹ ਕਹਿੰਦਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਉਸ ਸਮੇਂ ਵੀ ਹੋਇਆ ਸੀ ਜਦੋਂ ਬਲਵਿੰਦਰ ਦੇ ਜਿਹੜੇ ਮਾਪੇ ਸੀਗੇ ਉਹਨਾਂ ਨੇ ਸਾਨੂੰ ਰਿਸ਼ਤੇਦਾਰਾਂ ਦੇ ਸਾਹਮਣੇ ਗਹਿਣਿਆਂ ਤੇ ਕੱਪੜਿਆਂ ਦੀ ਖਾਤਰ ਆ ਜਿਹੜਾ ਉਹ ਵੀ ਜਲੀਲ ਕੀਤਾ ਤੇ ਮੇਰੇ ਪਿਓ ਦੀ ਜਿਹੜੀ ਗਰੀਬੀ ਨੰਗੀ ਕਰ ਦਿੱਤੀ। ਤਾਂ ਉਹਨਾਂ ਦੀਆਂ ਨਜ਼ਰਾਂ 'ਚ ਤਾਂ ਅਸੀਂ ਇੱਕ ਉਜੜ ਕਲਚਰ ਦੇ ਲੋਕ ਹੀ ਹੋ ਗਏ ਸੀਗੇ ਜਿਨ੍ਹਾਂ ਨੂੰ ਵਿਆਹ ਦੀਆਂ ਰੀਤਾਂ ਦਾ ਜਿਸ ਤਰ੍ਹਾਂ ਕੋਈ ਪਤਾ ਹੀ ਨਾ ਹੋਵੇ, ਵੀ ਸਾਨੂੰ ਪਤਾ ਹੀ ਨਹੀਂ ਸੀ ਵੀ ਅਸੀਂ ਲਾਗੀਆਂ ਨੂੰ ਕੀ ਦੇਣਾ ਹੈ ਕੀ ਨਹੀਂ। ਵਿਆਹ 'ਚ ਜਿੱਥੇ ਵੀ ਕੁਛ ਮੇਰੇ ਬਾਪੂ ਨੇ ਦੇਣਾ ਹੁੰਦਾ ਉੱਥੇ ਹੀ ਮੇਜਰ ਸਾਹਿਬਾ ਜਿਹੜਾ ਬਟੂਆ ਖੋਲ੍ਹ ਕੇ ਖੜ ਜਾਂਦਾ, ਜਿਵੇਂ ਉਹ ਕਾਲਾ ਹੋਵੇ ਵੀ ਸਾਡੀ ਜਾਂ ਆਪਣੇ ਕੁੜਮਾਂ ਦੀ ਇੱਜ਼ਤ ਰੱਖਣ ਨੂੰ। ਤੇ ਬਾਪੂ ਇਸ ਤਰ੍ਹਾਂ ਹੱਥ ਜੋੜੀ ਖੜਾ ਰਹਿੰਦਾ ਜਿਵੇਂ ਉਹ ਮੁੰਡੇ ਦਾ ਨਹੀਂ ਧੀ ਦਾ ਬਾਪ ਹੋਵੇ। ਤਾਂ ਵਿਆਹ ਤੋਂ ਬਾਅਦ ਮੇਜਰ ਅਰੋੜਾ ਤੇ ਮਿਸਿਸ ਅਰੋੜਾ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹ ਵੀ ਆਪਣੀ ਗਲਤੀ ਤੇ ਪਛਤਾ ਰਹੇ ਸੀ ਵੀ ਅਸੀਂ ਜਿਹੜਾ ਇੱਕ ਸ਼ਹਿਰੀ ਲੜਕੀ ਦਾ ਜਿਹੜਾ ਰਿਸ਼ਤਾ ਹੈ, ਅਸੀਂ ਆਪਣੀ ਜਿਹੜੀ ਉੱਚੇ ਠਾਠ ਬਾਠ ਦੇ ਨਾਲ ਰਹਿਣ ਵਾਲੀ ਜਿਹੜੀ ਸ਼ਹਿਰ ਦੇ ਵਿੱਚ ਰਹਿਣ ਵਾਲੀ ਲੜਕੀ ਦਾ ਜਿਹੜਾ ਰਿਸ਼ਤਾ ਹੈ ਉਹ ਇੱਕ ਪਿੰਡ ਦੇ ਲੜਕੀ ਦੇ ਨਾਲ ਕਿਉਂ ਕਰਤਾ। ਠੀਕ ਹੈ, ਮਿਸਿਸ ਅਰੋੜਾ ਤਾਂ ਕਈ ਦਿਨ ਰੋਂਦੀ ਵੀ ਰਹੀ ਪਰ ਉਹਨਾਂ ਇਹ ਸੋਚ ਕੇ ਸਬਰ ਕਰ ਲਿਆ ਭਈ ਮੁੰਡਾ ਸੋਹਣਾ ਹੈ, ਹੋਣਹਾਰ ਆ, ਸਾਊ ਆ, ਤਰੱਕੀ ਕਰ ਜਾਵੇਗਾ, ਕੁੜੀ ਨੂੰ ਸੁਖੀ ਰੱਖੇਗਾ, ਥੱਲੇ ਲੱਗ ਕੇ ਰਵੇਗਾ, ਉਹਦਾ ਕਹਿਣਾ ਮੰਨੇਗਾ। ਆਖਰ ਉਹੀ ਗੱਲ ਹੋਈ। ਉਹਨਾਂ ਮੇਰਾ ਸਾਰਾ ਜਿਹੜਾ ਘਰ ਸੀ ਸਮਾਨ ਨਾਲ ਭਰ ਦਿੱਤਾ, ਇੰਨਾ ਸਮਾਨ ਦਿੱਤਾ। ਹੁਣ ਵੀ ਇਸ ਘਰ 'ਚੋਂ ਕਹਿੰਦਾ ਮੈਂ ਹੀ ਹਾਂ। ਇੱਕ ਪੁਰਾਣਾ ਟਰੰਕ ਤੇ ਇੱਕ ਬਿਸਤਰਾ ਹੈ ਜਾਂ ਕੀ ਹੈ ਸੰਦੂਕ 'ਚ ਬੇਬੇ ਦੇ ਗੋਦੜੇ ਆ। ਗੋਦੜੇ ਕੀ ਹੁੰਦਾ ਬੇਟੇ? ਬਿਸਤਰੇ। ਤੇ ਉਹ ਕਹਿੰਦਾ ਬਾਕੀ ਸਾਰਾ ਕੁਛ ਤਾਂ ਬਲਵਿੰਦਰ ਦਾ ਹੀ ਹੈ।
ਤਾਂ ਜੰਗੀ ਦੇ ਪਹਿਲੇ ਜਨਮ ਦਿਨ 'ਤੇ ਇਹ ਤਾਂ ਜਦੋਂ ਜੰਗੀ ਦਾ ਪਹਿਲਾ ਜਨਮ ਦਿਨ ਸੀਗਾ ਤਾਂ ਉਹਨਾਂ ਨੇ ਇਹ ਪਲਾਟ ਖਰੀਦ ਕੇ ਬਲਵਿੰਦਰ ਦੇ ਨਾਂ ਕਰ ਦਿੱਤਾ ਸੀ। ਫਿਰ ਇਹ ਕੋਠੀ ਬਣੀ, ਫਿਰ ਇਹ ਕਾਲੀਨ, ਇਹ ਫਰਨੀਚਰ, ਕਿਚਨ ਦਾ ਸਮਾਨ, ਉਹ ਕਹਿੰਦਾ ਸਭ ਕੁਝ ਉਹਨਾਂ ਦਾ ਹੀ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਮੇਰੀ ਤਨਖਾਹ ਜਾਂ ਤਾਂ ਖਾਧੀ ਪੀਤੀ ਜਾਂਦੀ ਹੈ ਜਾਂ ਜੇ ਕੋਈ ਚੀਜ਼ ਖਰੀਦੀ ਵੀ ਜਾਂਦੀ ਹੈ ਤਾਂ ਉਹ ਬਲਵਿੰਦਰ ਦੀ ਪਸੰਦ ਦੀ ਹੁੰਦੀ ਹੈ। ਮੇਰੀ ਸਿਰਫ ਹਾਂ ਹੁੰਦੀ ਹੈ। ਜੇ ਮੈਂ ਇਸ ਤਰ੍ਹਾਂ ਨਿੱਕੀ ਨਿੱਕੀ ਗੱਲ 'ਤੇ ਝਗੜਾ ਕਰਿਆ ਕਰਦਾ ਹੁੰਦਾ ਤਾਂ ਹੁਣ ਨੂੰ ਸਾਡਾ ਘਰ ਆ ਜਿਹੜਾ ਕਦੋਂ ਦਾ ਉੱਜੜ ਚੁੱਕਿਆ ਹੁੰਦਾ। ਤਾਂ ਬਖਤਾਵਰ ਕਹਿ ਰਿਹਾ ਵੀ ਜੇ ਮੈਂ ਛੋਟੀ ਛੋਟੀ ਗੱਲ 'ਤੇ ਲੜੀ ਜਾਂਦਾ ਤਾਂ ਸਾਡਾ ਘਰ ਤਾਂ ਕਦੋਂ ਦਾ ਉੱਜੜ ਜਾਣਾ ਸੀ। ਹੈ ਜੀ, ਹੁਣ ਬਲਵਿੰਦਰ ਕਹਿ ਰਹੀ ਹੈ, ਠੀਕ ਹੈ, ਬਖਤਾਵਰ ਨੂੰ। ਉਹ ਕਹਿ ਰਹੀ ਹੈ ਜੀ, ਮੈਟਲ ਦੇ ਗੁਲਦਸਤੇ ਮੰਗਵਾ ਲਈਏ 1 ਡਜ਼ਨ। ਵੀਰ ਜੀ ਦੀ ਪ੍ਰਪੋਜ਼ਲ ਹੈ, ਉਹ ਰੇਟ ਤੈਅ ਕਰਕੇ ਆਏ ਨੇ। ਬਲਵਿੰਦਰ ਕਾਹਲੀ ਕਾਹਲੀ ਪੁੱਛਦੀ ਹੈ। ਤਾਂ ਮੈਂ ਕਿਹਾ ਮੰਗਵਾ ਲਓ। ਮੈਂ ਝੂਠਾ ਜਿਹਾ ਮੁਸਕਰਾ ਦਿੰਦਾ ਹਾਂ। ਜਦ ਸੌਦਾ ਹੀ ਹੋ ਚੁੱਕਾ ਹੈ ਤਾਂ ਮੇਰੀ ਤਾਂ ਹਾਮੀ ਦੀ ਹੀ ਕਸਰ ਰਹਿ ਜਾਂਦੀ ਹੈ। ਬਾਪੂ ਜ਼ੋਰ ਦੀ ਖੰਘਿਆ, ਥੁੱਕ ਕੇ ਚੁੱਪ ਹੋ ਗਿਆ। ਬਾਪੂ ਗੈਰੇਜ 'ਚ ਇਸ ਲਈ ਵੀ ਪਿਆ ਹੈ ਕਿ ਉਹਨਾਂ ਇੱਥੇ ਆ ਕੇ ਇਸ ਪਲਾਟ 'ਤੇ ਆਪਣੀ ਪਸੰਦ ਦਾ ਜਿਹੜਾ ਘਰ ਬਣਾਇਆ ਸੀ ਉਹ ਬਲਵਿੰਦਰ ਨੇ ਆਪਣੀ ਕੋਠੀ ਬਣਾਉਣ ਦੇ ਲੋਭ 'ਚ ਢਵਾ ਦਿੱਤਾ ਸੀ। ਠੀਕ ਹੈ ਬੇਟੇ, ਜਦੋਂ ਉਹਦਾ ਬਾਪੂ ਜਿਹੜਾ ਬਖਤਾਵਰ ਦਾ ਉਹ ਸ਼ਹਿਰ 'ਚ ਆਇਆ ਸੀ ਪਿੰਡ ਤੋਂ, ਠੀਕ ਹੈ, ਆਪਣੇ ਬਾਪੂ ਨੂੰ ਲੈ ਕੇ ਆਇਆ ਸੀ ਸ਼ਹਿਰ ਦੇ ਵਿੱਚ, ਤਾਂ ਜਿਹੜਾ ਘਰ ਉਹਨਾਂ ਦਾ ਪਹਿਲਾਂ ਬਣਿਆ ਹੋਇਆ ਸੀਗਾ, ਠੀਕ ਹੈ, ਤਾਂ ਬਲਵਿੰਦਰ ਨੇ ਆਪਣੀ ਪਸੰਦ ਦਾ ਜਿਹੜਾ ਘਰ ਉਹਦਾ ਬਾਪੂ ਦਾ ਸੀ ਉਹਨੂੰ ਢਵਾ ਕੇ ਬਲਵਿੰਦਰ ਨੇ ਆਪਣੀ ਉੱਥੇ ਕੋਠੀ ਜਿਹੜੀ ਬਣਾ ਦਿੱਤੀ। ਤਾਂ ਇਹ ਉਹ ਮਤਲਬ ਉਹਦੇ ਬਾਪੂ ਦੀ ਪਸੰਦ ਸੀ ਤਾਂ ਉਹ ਬੜਾ ਦੁਖੀ ਸੀਗਾ ਉਸ ਗੱਲ 'ਤੇ। ਤਾਂ ਉਹ ਬਾਪੂ ਦਾ ਦੂਜਾ ਉਜਾੜਾ ਸੀ ਉਸ ਸਮੇਂ। ਪਹਿਲਾਂ ਉਹਨੂੰ ਲੱਗਿਆ ਜਦੋਂ ਉਹ ਸ਼ਹਿਰ ਦੇ ਵਿੱਚ ਆਇਆ, ਤਾਂ ਦੂਸਰਾ ਉਹਨੂੰ ਲੱਗਿਆ ਵੀ ਉਸ ਸਮੇਂ ਉਹਦਾ ਉਜਾੜਾ ਸੀ ਜਦੋਂ ਉਹ ਘਰ ਆ ਜਿਹੜਾ ਢਾਹ ਕੇ ਦੁਬਾਰਾ ਕੋਠੀ ਉੱਥੇ ਬਣਾਈ ਗਈ। ਜਦ ਬਾਪੂ ਨੂੰ ਪਤਾ ਲੱਗਾ ਵੀ ਇਹ ਪਲਾਟ ਉਹਦੀ ਨੂੰਹ ਦੇ ਨਾਂ 'ਤੇ ਹੈ ਤਾਂ ਉਹ ਮੇਰੇ ਖਹਿੜੇ ਹੀ ਪੈ ਗਿਆ ਭਈ ਉਹਦੇ 'ਚ ਬਣੇ ਡੰਗ ਟਪਾਊ ਕਮਰੇ ਦੇ ਨਾਲ ਛੰਨ ਪਾ ਕੇ ਉਹਨੂੰ ਉਹਦੇ ਵਿੱਚ ਰਹਿਣ ਦਿੱਤਾ ਜਾਵੇ। ਭਾਵ ਉਹ ਇੱਕ ਅਲੱਗ ਆਪਣੇ ਕਮਰੇ ਦੇ ਵਿੱਚ ਰਹਿਣਾ ਚਾਹੁੰਦਾ ਸੀਗਾ। ਇਸ ਤਰ੍ਹਾਂ ਵੱਖਰੇ ਰਹਿਣ ਦੀ ਕੀ ਗੱਲ ਹੋਈ? ਮੈਂ ਤੇ ਬਲਵਿੰਦਰ ਸੋਚ ਕੇ ਬੜੇ ਔਖੇ ਹੋਏ ਵੀ ਵੱਖਰੇ ਰਹਿਣ ਦੀ ਕੀ ਗੱਲ ਹੋਈ, ਪਰ ਮੈਂ ਛੇਤੀ ਮੰਨ ਗਿਆ। ਮੈਂ ਬਾਪੂ ਨੂੰ ਉਸ ਦੁੱਖ ਤੋਂ ਬਚਾ ਨਹੀਂ ਸੀ ਸਕਦਾ। ਠੀਕ ਹੈ, ਬਾਪੂ ਨੂੰ ਬੇਟੇ ਇਸ ਗੱਲ ਦਾ ਬਹੁਤ ਦੁੱਖ ਸੀਗਾ ਵੀ ਜਿਹੜਾ ਬਲਵਿੰਦਰ ਦੇ ਸਲੂਕ ਤੋਂ ਉਹਨੂੰ ਮਿਲਦਾ ਸੀ, ਜਿਹੜਾ ਉਹਦੀ ਨੂੰਹ ਉਹਦੇ ਨਾਲ ਸਲੂਕ ਕਰਦੀ ਸੀ, ਉਹਦਾ ਉਹਨੂੰ ਬਹੁਤ ਦੁੱਖ ਸੀਗਾ। ਬਖਤਾਵਰ ਨੂੰ ਕਈ ਵਾਰ ਮੈਨੂੰ ਲੱਗਦਾ ਭਈ ਪਤਨੀ ਬਿਨਾਂ ਆਦਮੀ ਦੀ ਉਹੀ ਹਾਲਤ ਹੁੰਦੀ ਹੈ ਜਿਹੜਾ ਮਾਂ ਬਿਨਾਂ ਪੁੱਤ ਦੀ ਵੀ। ਜਿਸ ਤਰ੍ਹਾਂ ਮਾਂ ਬਿਨਾਂ ਜਿਹੜਾ ਪੁੱਤ ਦੀ ਜ਼ਿੰਦਗੀ ਕੁਛ ਨਹੀਂ ਹੈ, ਉਸੇ ਤਰ੍ਹਾਂ ਹੀ ਬਜ਼ੁਰਗਾਂ ਦਾ ਜਿਹੜਾ ਸਾਥ ਆ ਇੱਕ ਦੂਸਰੇ ਦਾ, ਪਤੀ ਪਤਨੀ ਦਾ, ਉਹ ਹੋਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਸਾਡੇ ਦੁੱਖ ਦੀ ਇੱਕ ਸਾਂਝ ਵੀ ਬਣਦੀ ਸੀ। ਇੱਕ ਦਿਨ ਇਸ ਵੇਗ 'ਚ ਉਹ ਜੋ ਕੁਝ ਆਖੀ ਗਿਆ ਮੈਂ ਮੰਨ ਗਿਆ। ਤਾਂ ਬਾਪੂ ਨੇ ਕੁਝ ਦਿਨਾਂ 'ਚ ਹੀ ਪਿੰਡ ਦਾ ਅੱਧਾ ਕੋਠਾ ਉਧੇੜ ਕੇ ਗੱਡਾ ਭਰ ਲਿਆਂਦਾ ਤੇ ਦਿਨਾਂ 'ਚ ਹੀ ਨਵਾਂ ਕੋਠਾ ਜਿਹੜਾ ਬਣਾ ਕੇ ਤੇ ਅੱਗੇ ਛੰਨ ਉਸਾਰ ਲਈ। ਤਾਂ ਪਿੰਡ ਵਾਲਾ ਨਲਕਾ ਪੁੱਟ ਕੇ ਗੱਡ ਲਿਆ, ਵਿਹੜੇ 'ਚ ਤੂਤ ਦੇ ਡੇਕ ਤੇ ਦਰਖਤ ਲਾ ਲਏ ਤੇ ਪਿੰਡੋਂ ਇੱਕ ਝੋਟੀ ਲਿਆ ਕੇ ਬੰਨ੍ਹ ਲਈ। ਤਾਂ ਇਸ ਤਰ੍ਹਾਂ ਬੇਟੇ ਇਹ ਕੰਮ ਕਰਦੇ ਕਰਾਂਦੇ ਨੂੰ ਬਾਪੂ ਨੂੰ ਦੇਖ ਕੇ ਮੈਨੂੰ ਵੀ ਸੁੱਖ ਮਿਲਦਾ ਸੀ। ਠੀਕ ਹੈ, ਮੇਰਾ ਵੀ ਮਨ ਖੁਸ਼ ਹੁੰਦਾ ਸੀ ਵੀ ਮੇਰਾ ਬਾਪੂ ਚਲੋ ਛੋਟੇ ਛੋਟੇ ਕੰਮ ਆ ਜਿਹੜੇ ਉਹ ਕਰਦੇ ਫਿਰਦਾ ਹੈ, ਚਲੋ ਅਲੱਗ ਰਹਿੰਦਾ ਪਰ ਖੁਸ਼ ਤਾਂ ਰਹਿੰਦਾ ਹੈ। ਮੈਨੂੰ ਇਹ ਇਤਿਹਾਸਿਕ ਗੱਲਾਂ ਚੇਤੇ ਆਉਂਦੀਆਂ ਸਨ ਜਦ ਭੁੱਲਰਾਂ ਦਾ ਇੱਕ ਟੱਬਰ ਕਿਤੋਂ ਉੱਜੜ ਕੇ ਰਿਆਸਤ ਨਾਭੇ ਦੇ ਇੱਕ ਜਗੀਰਦਾਰ ਦੇ ਬੀੜ 'ਚ ਮਾਮਲਾ ਤਾਰਨ ਬਦਲੇ ਜ਼ਮੀਨ ਮੱਲ ਕੇ ਬਹਿ ਗਿਆ ਸੀ। ਉਹਦੇ ਜੀ ਨੇ ਢੱਕ ਕਿੱਕਰਾਂ ਤੇ ਫਲਾਈਆਂ ਵੱਢ ਕੇ ਧਰਤੀ ਕੱਢੀ ਸੀ ਤੇ ਕੁੱਲੀਆਂ ਪਾ ਕੇ ਪਿੰਡ ਬੰਨ੍ਹ ਲਿਆ ਸੀ ਭੁੱਲਰ ਮਾਜਰਾ। ਠੀਕ ਹੈ, ਤਾਂ ਭੁੱਲਰ ਮਾਜਰਾ ਬੇਟੇ ਪਿੰਡ ਦੀ ਗੱਲ ਕੀਤੀ ਗਈ ਆ। ਉਹ ਇਤਿਹਾਸਿਕ ਗੱਲ ਨੂੰ ਇੱਥੇ ਯਾਦ ਕਰਦਾ ਵੀ ਕਿਸ ਤਰ੍ਹਾਂ ਭੁੱਲਰਾਂ ਦਾ ਜਿਹੜਾ ਇੱਕ ਟੱਬਰ ਸੀਗਾ, ਭੁੱਲਰਾਂ ਦੇ ਜਿਹੜੇ ਮਤਲਬ ਟੱਬਰ ਦੇ ਵਿੱਚੋਂ ਹੀ ਜਿਹੜਾ ਇਹ ਨਾਮ ਆ ਜਿਹੜਾ ਉਹ ਪਿਆ ਸੀ ਪਿੰਡ ਦਾ। ਤਾਂ ਬਾਪੂ ਬੜਾ ਖੁਸ਼ ਰਹਿਣ ਲੱਗ ਪਿਆ ਸੀ। ਉਹ ਸਾਰਾ ਦਿਨ ਆਪਣਾ ਘਰ ਸੁਆਰਦਾ ਰਹਿੰਦਾ, ਝੋਟੀ ਖੋਲ੍ਹਦਾ, ਚਾਰਦਾ, ਬੰਨ੍ਹਦਾ ਰਹਿੰਦਾ। ਆਪਣੇ ਤੇ ਆਪਣੇ ਡੰਗਰਾਂ ਦੇ ਬਹਿਣ ਖੜਨ ਦੇ ਵਾਸਤੇ ਧੁੱਪ ਛਾਂ ਤੇ ਪੂਰੇ ਪੱਛੋਂ ਦਾ ਹਿਸਾਬ ਕਰਦਾ ਰਹਿੰਦਾ। ਠੀਕ ਹੈ, ਉਹ ਸਾਰਾ ਦਿਨ ਇਹ ਛੋਟੇ ਛੋਟੇ ਕੰਮਾਂ ਦੇ ਵਿੱਚ ਰੁੱਝਿਆ ਰਹਿੰਦਾ।
ਭਾਵੇਂ ਹੁਣ ਉਹ ਇਕੱਲਾ ਰਹਿੰਦਾ ਸੀ, ਭਾਵੇਂ ਨੰਗੇ ਪੈਰੀ ਹੁੰਦਾ ਤੇ ਭਾਵੇਂ ਪੈਰਾਂ ਦੇ ਵਿੱਚ ਜੁੱਤੀ ਪਾਉਂਦਾ, ਭਾਵੇਂ ਉਹ ਨੰਗੇ ਪਿੰਡੇ ਬੈਠਾ ਰਹਿੰਦਾ, ਉਹਨੂੰ ਕੋਈ ਵੀ ਰੋਕਣ ਟੋਕਣ ਵਾਲਾ ਨਹੀਂ ਸੀ। ਉਹ ਮੰਜੇ ਤੇ ਬਹਿ ਕੇ ਰੋਟੀ ਖਾਂਦਾ ਤੇ ਭਾਵੇਂ ਪਾਵੇ ਤੇ ਰੱਖ ਕੇ ਗੰਢਾ ਭੰਨਦਾ ਤੇ ਪਾਣੀ ਦਾ ਗਲਾਸ ਭਾਵੇਂ ਮੰਜੇ ਦੀ ਦੌਣ 'ਚ ਫਸਾ ਕੇ ਖੜਾ ਕਰ ਲੈਂਦਾ। ਇਸ ਤਰ੍ਹਾਂ ਬੇਟੇ ਉਹਨੂੰ ਕੋਈ ਵੀ ਰੋਕ ਟੋਕ ਵਾਲਾ ਨਹੀਂ ਸੀਗਾ। ਉਹ ਆਪਣੀ ਜ਼ਿੰਦਗੀ ਬੜੀ ਖੁਸ਼ੀ ਤੇ ਇੱਕ ਆਪਣੀ ਕਿਸੇ ਵੀ ਨੋਕ ਝੋਕ ਤੋਂ ਬਿਨਾਂ ਆਪਣੀ ਜ਼ਿੰਦਗੀ ਜਿਉ ਰਿਹਾ ਸੀ। ਤਾਂ ਉਸ ਘਰ 'ਚ ਉਹ ਕਿਸੇ ਵੀ ਮੈਲੇ ਕੱਪੜਿਆਂ ਵਾਲੇ, ਚਾਹੇ ਰਾਜਸਥਾਨੀ ਜੱਟ ਨੂੰ ਭਾਵੇਂ ਮੰਗ ਤੇ ਭਰਾਈ ਜਾਂ ਬਾਜੀਗਰ ਸੈਂਸੀ ਨੂੰ ਬੁਲਾ ਕੇ ਆਪਣੇ ਕੋਲ ਬਿਠਾ ਲੈਂਦਾ। ਭਾਵ ਉਹ ਕਿਸੇ ਨਾਲ ਵੀ ਗੱਲਾਂ ਕਰ ਸਕਦਾ ਸੀ, ਆਪਣੇ ਦੁੱਖ ਸੁੱਖ ਫਰੋਲ ਸਕਦਾ ਸੀ, ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਸਕਦਾ ਸੀ। ਕਿਸੇ ਵੀ ਮੰਗਤੇ ਨੂੰ ਆਪਣੇ ਹੱਥ ਦੇ ਨਾਲ ਗੁੜ ਦੀ ਰੋੜੀ ਜਾਂ ਫਿਰ ਲੱਸੀ ਦੇ ਦਿੰਦਾ ਸੀ। ਲੱਸੀ ਮੰਗਣ ਆਏ ਟਹਿਆਂ ਦੇ ਨਿਆਣਿਆਂ ਤੋਂ ਗੋਹਾ ਪਛਵਾਉਂਦਾ ਰਹਿੰਦਾ ਸੀ। ਸੁਬਾਹ ਸ਼ਾਮ ਦੁੱਧ ਦੀ ਬਾਲਟੀ ਫੜਾਉਣ ਵਾਸਤੇ ਬਲਵਿੰਦਰ ਜਾਂ ਬਿਮਲਾ ਨੂੰ ਬੜੇ ਮਾਣ ਦੇ ਨਾਲ ਹਾਕ ਮਾਰਦਾ ਸੀ। ਤਾਂ ਸੁਬਾਹ ਸ਼ਾਮ ਬੇਟੇ ਉਹ ਦੁੱਧ ਦੀ ਬਾਲਟੀ ਫੜਾਉਣ ਲਈ ਆਪਣੀ ਨੂੰਹ ਨੂੰ ਆਵਾਜ਼ ਮਾਰਦਾ ਸੀ, ਪਰ ਬਲਵਿੰਦਰ ਨੂੰ ਉਸ ਆਖਰੀ ਗੱਲ ਨੂੰ ਛੱਡ ਕੇ ਉਹਦਾ ਕੁਝ ਵੀ ਪਸੰਦ ਨਹੀਂ ਸੀ। ਠੀਕ ਹੈ, ਬਲਵਿੰਦਰ ਨੂੰ ਨਹੀਂ ਬੇਟੇ ਪਸੰਦ ਸੀ ਵੀ ਉਸਦਾ ਸਹੁਰਾ ਹੈ ਜਿਹੜਾ ਉਹ ਇਸ ਤਰ੍ਹਾਂ ਰਵੇ। ਤਾਂ ਉਹ ਮਤਲਬ ਜਦੋਂ ਉਹਨੂੰ ਦੁੱਧ ਦੀ ਬਾਲਟੀ ਫੜਨ ਦੇ ਲਈ ਆਵਾਜ਼ ਮਾਰਦਾ ਸੀ, ਉਹ ਇੱਕ ਗੱਲ ਉਹਨੂੰ ਬੜੀ ਚੰਗੀ ਲੱਗਦੀ ਸੀ। ਤਾਂ ਉਹਦਾ ਖਿਆਲ ਸੀ ਕਿ ਬਾਪੂ ਆ ਜਿਹੜਾ ਉਹ ਸਾਰੀ ਡਿਫੈਂਸ ਕਲੋਨੀ ਦੇ ਵਿੱਚ ਜਿਹੜਾ ਉਹ ਮੱਖੀਆਂ ਮੱਛਰ ਪੈਦਾ ਕਰ ਰਿਹਾ ਹੈ, ਉਹਨੂੰ ਨਾ ਤਾਂ ਇਹ ਪਸੰਦ ਸੀ ਭਈ ਬਾਪੂ ਜੰਗੀ ਨੂੰ ਆਪਣੇ ਕੋਲ ਖਿਡਾਵੇ, ਬਾਪੂ ਵੀ ਉਹਨੂੰ ਮਿੱਟੀ 'ਚ ਛੱਡ ਦਿੰਦਾ, ਉਹ ਗਾਰੇ ਦੇ ਨਾਲ ਖੇਡਦਾ ਤਾਂ ਵੀ ਨਾ ਰੋਕਦਾ, ਸਗੋਂ ਕੋਲ ਖੜਾ ਹੱਸਦਾ ਰਹਿੰਦਾ। ਬਲਵਿੰਦਰ ਇਹ ਵੀ ਨਹੀਂ ਸੀ ਚਾਹੁੰਦੀ ਭਈ ਬਾਪੂ ਜੰਗੀ ਨੂੰ ਆਪਣੀ ਛਾਤੀ 'ਤੇ ਲਿਟਾ ਕੇ ਖਿਡਾਵੇ ਤੇ ਵਾਰ-ਵਾਰ ਚੁੰਮੇ। ਇੱਕ ਦਿਨ ਤਾਂ ਉਸਨੇ ਆਖ ਹੀ ਦਿੱਤਾ ਸੀ ਭਈ ਚੁੰਮਣ ਨਾਲ ਸਿਆਣਿਆਂ ਦੀਆਂ ਬਿਮਾਰੀਆਂ ਬੱਚਿਆਂ ਨੂੰ ਲੱਗ ਜਾਂਦੀਆਂ ਹਨ। ਇਸ ਤਰ੍ਹਾਂ ਬੇਟੇ ਆਪਾਂ ਦੇਖਦੇ ਹਾਂ ਕਿ ਕਹਾਣੀ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਇੱਕ ਬਜ਼ੁਰਗ ਹੈ ਵਿਚਾਰਾ ਉਹ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਬਸਰ ਕਰਦਾ ਹੈ। ਤਾਂ ਇੱਕ ਸ਼ਹਿਰ ਦੀ ਜਿਹੜੀ ਨੂੰਹ ਹੈ, ਸ਼ਹਿਰ ਦੇ ਵਿੱਚੋਂ ਆਈ ਹੋਈ ਨੂੰਹ ਆ, ਕਿਸ ਤਰ੍ਹਾਂ ਉਹ ਆਪਣੇ ਜਿਹੜੇ ਬਾਪੂ ਦੇ ਨਾਲ, ਆਪਣੇ ਸਹੁਰਾ ਸਾਹਿਬ ਦੇ ਨਾਲ ਨੋਕ ਝੋਕ ਕਰਦੀ ਆ। ਉਹਨੂੰ ਪਸੰਦ ਨਹੀਂ ਹੈ ਵੀ ਉਹ ਸ਼ਹਿਰ ਦੇ ਵਿੱਚ ਇੱਕ ਬਹੁਤ ਆਲੀਸ਼ਾਨ ਮਕਾਨ ਦੇ ਵਿੱਚ ਰਹਿੰਦੀ ਹੋਈ ਇੱਕ ਸਾਫ਼ ਸੁਥਰੇ ਫਰਸ਼ ਦੇ ਉੱਪਰ ਉਹਦਾ ਬਾਪੂ ਆ ਜਿਹੜਾ ਉਹ ਪੈਰ ਧਰ ਕੇ ਫਰਸ਼ ਨੂੰ ਗੰਦਾ ਕਰੇ, ਜਾਂ ਆਪਣੇ ਜਿਹੜੇ ਜਿੱਥੇ ਉਹ ਰਹਿੰਦੇ ਹੁੰਦੇ ਆ ਕਲੋਨੀ ਦੇ ਵਿੱਚ, ਠੀਕ ਹੈ, ਉਹਨਾਂ ਦੇ ਜਿਹੜੇ ਰਹਿਣ ਸਹਿਣ ਦੇ ਵਿੱਚ ਉਸ ਦਾ ਕੋਈ ਪ੍ਰਭਾਵ ਪਵੇ। ਇਸ ਤਰ੍ਹਾਂ ਬੇਟੇ ਆਪਾਂ ਅੱਗੇ ਕਹਾਣੀ ਪੜ੍ਹਾਂਗੇ 21 ਪੇਜ ਤੋਂ ਲੈ ਕੇ 27 ਪੇਜ ਤੱਕ। ਇਹ ਕਹਾਣੀ ਬੇਟੇ ਇੱਥੋਂ ਤੱਕ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣੀ ਹੈ, ਸਮਝਣੀ ਹੈ ਤੇ ਦੇਖਣਾ ਹੈ ਬੇਟੇ ਵੀ ਇਸ ਕਹਾਣੀ ਦੇ ਵਿੱਚ ਸਾਨੂੰ ਕੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੋਈ ਵੀ ਕਹਾਣੀਕਾਰ ਬੇਟੇ ਜਦੋਂ ਕਹਾਣੀ ਲਿਖਦਾ ਹੈ ਤਾਂ ਉਹ ਸਾਨੂੰ ਇੱਕ ਸਿੱਖਿਆ ਦੇਣ ਵਾਲੀ ਕਹਾਣੀ ਹੁੰਦੀ ਹੈ, ਠੀਕ ਹੈ, ਸਾਨੂੰ ਇੱਕ ਚੰਗੇ ਜਿਹੜੇ ਗੁਣਾਂ ਦਾ ਧਾਰਨੀ ਬਣਾਉਣ ਵਾਲੀ ਕਹਾਣੀ ਹੁੰਦੀ ਹੈ। ਸਾਨੂੰ ਉਹਦੇ ਵਿੱਚੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਗੁਣਾਂ ਨੂੰ ਧਾਰ ਸਕੀਏ। ਤਾਂ ਹੀ ਬੇਟੇ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ, ਇਹੋ ਜਿਹਾ ਜਿਹੜਾ ਸਿਲੇਬਸ ਹੈ ਸਾਡਾ, ਉਹ ਸਾਡੇ ਸਿਲੇਬਸ ਦੇ ਵਿੱਚ ਇਹੋ ਜਿਹੇ ਪਾਰਟ ਹੈ ਜਿਹੜੇ ਉਹ ਰੱਖੇ ਜਾਂਦੇ ਹੈ ਤਾਂ ਕਿ ਅਸੀਂ ਬੱਚਿਆਂ ਨੂੰ ਪਹਿਲਾਂ ਤੋਂ ਹੀ ਸਿੱਖਿਆ ਦੇ ਸਕੀਏ, ਉਹਨਾਂ ਦੇ ਮਨਾਂ ਦੇ ਵਿੱਚ ਚੰਗੇ ਗੁਣ ਭਰ ਸਕੀਏ ਵੀ ਉਹ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਠੀਕ ਹੈ, ਉਹਨਾਂ ਨੂੰ ਚੰਗੀ ਸਿੱਖਿਆ ਦੇ ਸਕਣ ਤੇ ਸਾਡੇ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਸੰਭਾਲ ਕਰ ਸਕਣ। ਕਿਉਂਕਿ ਬਜ਼ੁਰਗ ਹੈ ਬੇਟੇ ਜਿਹੜੇ ਉਹ ਸਾਡਾ ਸਰਮਾਇਆ ਹੈ, ਸਾਨੂੰ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇ ਅਸੀਂ ਉਹਨਾਂ ਦੀ ਸਾਂਭ ਸੰਭਾਲ ਕਰਾਂਗੇ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ, ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ, ਕਿਉਂਕਿ ਬਹੁਤ ਜ਼ਰੂਰੀ ਹੈ ਇਹਨਾਂ ਜਿਹੜੇ ਸਾਡੇ ਬਜ਼ੁਰਗਾਂ ਨੂੰ ਸਾਂਭਣਾ। ਨਹੀਂ ਤਾਂ ਸ਼ਾਇਦ ਅਸੀਂ ਜ਼ਿੰਦਗੀ ਦੇ ਵਿੱਚ ਬੇਟੇ ਬਹੁਤ ਪਿੱਛੇ ਰਹਿ ਜਾਵਾਂਗੇ ਜੇ ਅਸੀਂ ਇਹਨਾਂ ਦੀ ਸੰਭਾਲ ਨਾ ਕੀਤੀ। ਤਾਂ ਹੁਣ ਬੇਟੇ ਇੰਨੀ ਕਹਾਣੀ ਪੜ੍ਹਦੇ ਹੋਏ ਆਪਾਂ ਇੱਥੇ ਖ਼ਤਮ ਕਰਦੇ ਹਾਂ, ਠੀਕ ਹੈ। ਅਗਲੀ ਕਹਾਣੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ। ਧੰਨਵਾਦ।